ਘੱਟੋ ਘੱਟ 176,000 ਜਿਹੜੇ ਹਾਈਡਰੋ ਪਰਿਵਾਰ ਨੇ, ਹਾਈਡਰੋ ਕਸਟਮਰਸ ਨੇ, ਉਹਨਾਂ ਦੀ ਘਰਾਂ ਦੀ ਜਿਹੜੀ ਬਿਜਲੀ ਹੈ ਉਹ ਗੁੱਲ ਹੋ ਗਈ। ਬਿਜਲੀ ਤੋਂ ਬਿਨਾਂ ਹੀ ਸਾਰੇ ਬੈਠ ਗਏ ਔਰ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਹੁਣ ਕਾਫੀ ਹੱਦ ਤੱਕ ਕਹਿ ਸਕਦੇ ਆ ਕਿ 96% ਜਿਹੜੇ ਲੋਕ ਹੈ ਉਹਨਾਂ ਦੀ ਬਿਜਲੀ ਜਿਹੜੀ ਹੈ ਉਹ ਹਾਈਡਰੋ ਦੇ ਵੱਲੋਂ ਠੀਕ ਕਰ ਦਿੱਤੀ ਗਈ ਹੈ। ਐਬਸਫੋਰਡ, ਚਿਲੀਵੈਕ, ਮਿਸ਼ਨ, ਲੈਂਗਲੀ, ਸਰੀ, ਵਾਈਟ ਰੌਕ ਤੇ ਮੈਪਲ ਰਿਜ ਦੇ ਵਿੱਚ ਸਭ ਤੋਂ ਵੱਧ ਬਿਜਲੀ ਗਈ। ਹਵਾ ਦੀ ਚੇਤਾਵਨੀ ਦੇ ਕਾਰਨ ਮੰਗਲਵਾਰ ਨੂੰ BC ਫੇਰੀ ਦੀ ਯਾਤਰਾ ਜਿਹੜੀ ਹੈ ਉਹ ਵੀ ਰੱਦ ਕਰਨੀ ਪਈ। ਵੈਨਕੂਵਰ ਆਇਲੈਂਡ ਦੇ ਉੱਤਰੀ ਹਿੱਸੇ ਦੇ ਵਿੱਚ ਤਕਰੀਬਨ 28,000 ਗ੍ਰਾਹਕ ਆਪਣੀ ਬਿਜਲੀ ਗਵਾ ਚੁੱਕੇ ਨੇ। BC ਹਾਈਡਰੋ ਦੇ ਅਨੁਸਾਰ ਬਹੁਤ ਸਾਰੀਆਂ ਥਾਵਾਂ ਤੇ ਵੱਡੇ ਪੱਧਰ ਤੇ ਟਾਹਣੀਆਂ ਦੇ ਟੁੱਟਣ ਤੇ ਬਿਜਲੀ ਦੀਆਂ ਲਾਈਟਾਂ ਡਿੱਗਣ ਕਾਰਨ ਨੁਕਸਾਨ ਵੀ ਹੋਇਆ। ਹਾਈਡਰੋ ਦੇ ਅਨੁਸਾਰ ਹਵਾ ਦੀ ਚੇਤਾਵਨੀ ਦੇ ਕਾਰਨ ਬੰਟਜ਼ਨ ਝੀਲ ਨੂੰ ਵੀ ਬੰਦ ਕਰ ਦਿੱਤਾ ਗਿਆ। ਵਿਭਾਗ ਵੱਲੋਂ ਫਿਲਹਾਲ ਤੇਜ਼ ਹਵਾਵਾਂ ਕਾਰਨ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਦਰਸ਼ਕੋ ਐਂਡ ਗੁੱਡ ਮਾਰਨਿੰਗ ਟੂ ਆਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਹੋ। ਵੈਸੇ ਤਾਂ ਅੱਜ ਸਵੇਰ ਵੀ ਬੜੀ ਸੋਹਣੀ ਚੜੀ ਹੈ ਕਿਉਂਕਿ ਅੱਜ ਸਰੀ ਦਾ ਜਿਹੜਾ ਮੌਸਮ ਹੈ ਠੀਕ ਮੰਨਿਆ ਜਾ ਰਿਹਾ ਔਰ ਧੁੱਪ ਵੀ ਥੋੜੀ ਜਿਹੜੀ ਹੈ ਖਿੜ ਚੁੱਕੀ ਹੈ। 2 ਦਿਨਾਂ ਤੋਂ ਤਾਂ ਕਾਫੀ 3 ਦਿਨਾਂ ਤੋਂ ਮੌਸਮ ਜਿਹੜਾ ਉਹ ਤਬਦੀਲ ਹੋ ਰਿਹਾ ਸੀ, ਜਿਹੜਾ ਠੀਕ ਨਹੀਂ ਸੀ। ਠੰਡ ਵੀ ਕਾਫੀ ਹੋ ਰੱਖੀ ਸੀ। ਸੋ ਫਿਲਹਾਲ ਅੱਜ ਤਾਂ ਸੋਹਣੀ ਸਵੇਰ ਚੜੀ ਹੈ ਤੇ ਆਪਣੇ ਵਧੀਆ ਜਿਹੇ ਮੂਡ ਦੇ ਨਾਲ ਸਾਰੇ ਬਾਹਰ ਨਿਕਲੋ ਤੇ ਆਪਣਾ ਦਿਨ ਦੀ ਜਿਹੜੀ ਹੈ ਸ਼ੁਰੂਆਤ ਕਰੋ। ਫਿਲਹਾਲ ਜਿਹੜੀ ਦਿਨ ਦੀ ਸ਼ੁਰੂਆਤ ਅਸੀਂ ਵੀ ਕਰ ਲਈ ਹੈ ਤੇ ਦਿਨ ਦੀ ਸ਼ੁਰੂਆਤ ਦੇ ਵਿੱਚ ਦੱਸਾਂਗੇ ਕਈ ਤਰ੍ਹਾਂ ਦੇ ਅਪਡੇਟਸ ਵੀ ਹੈਗੇ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਤਾਂ ਜਿਹੜਾ ਵੈਦਰ ਹੈ ਸਰੀ ਦਾ, ਖਾਸ ਕਰਕੇ ਜਿਹੜਾ BC 'ਚ ਕੁਝ ਦਿਨਾਂ ਤੋਂ ਚੱਲ ਰਿਹਾ ਸੀ, ਉਸ ਮੌਸਮ ਦੀ ਗੱਲ ਕਰਾਂਗੇ ਕਿ ਉਸ ਮੌਸਮ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ, ਕਿੰਨੀ ਜ਼ਿਆਦਾ ਠੰਡ ਹੋ ਚੁੱਕੀ ਸੀ ਤੇ ਬਿਜਲੀ ਕਿੰਨੇ ਘਰਾਂ ਦੀ ਗੁੱਲ ਹੋ ਗਈ, ਕਿਹੜੇ ਇਲਾਕੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ, ਇਸ 'ਤੇ ਗੱਲ ਕਰਾਂਗੇ। ਇਸ ਤੋਂ ਇਲਾਵਾ ਗੱਲ ਕਰਾਂਗੇ ਅਸੀਂ ਕਿ ਕੋਵਿਡ ਦੇ ਜਿਹੜੇ ਕੇਸਿਸ ਹੈ ਉਹ ਹੋਰ ਕਿੱਥੇ ਆਏ ਨੇ ਤੇ ਕਰੋਨਾ ਵਾਇਰਸ ਕਰਕੇ ਜਿਹੜੇ ਨੇ ਹੈਂਡ ਸੈਨੀਟਾਈਜ਼ਰ ਜਿਹੜੇ ਨੇ ਉਹ ਕੁਝ ਇਹੋ ਜਿਹੀ ਲਿਸਟ ਦੇ ਵਿੱਚ ਆਏ ਨੇ ਜਿਨ੍ਹਾਂ ਨੂੰ ਕਿ ਮਾਹਰਾਂ ਨੇ ਕਿਹਾ ਹੈ ਕਿ ਇਹ ਜਿਹੜੇ ਕੈਨੇਡਾ ਦੇ ਵਿੱਚ 5 ਹੈਂਡ ਸੈਨੀਟਾਈਜ਼ਰ ਹੈ, ਇਹਨਾਂ ਦਾ ਇਸਤੇਮਾਲ ਜਿਹੜਾ ਉਹ ਦਰਸ਼ਕ ਨਾ ਕਰਨ। ਦੱਸਾਂਗੇ ਕਿਹੜੇ ਹੈਂਡ ਸੈਨੀਟਾਈਜ਼ਰ ਨੇ। ਸੋ ਇਸ ਤੋਂ ਇਲਾਵਾ ਜਿਹੜੀ ਮੇਨ ਖਬਰ ਕਹਿ ਸਕਦੇ ਹਾਂ ਉਹ ਇਹ ਹੈ ਕਿ ਅੱਜ ਨਜ਼ਰ ਜਿਹੜੀ ਹੈ ਬਣੀ ਹੋਈ ਸੀ ਕਿ ਕਿਸਾਨ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ। ਮੀਟਿੰਗ ਹੈ ਉਹਨਾਂ ਦੀ, ਉਸ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲੇਗਾ, ਪਰ ਫਿਲਹਾਲ ਨਤੀਜਾ ਨਿਕਲਿਆ ਕਿ ਕਿਉਂ ਕਿਸਾਨਾਂ ਨੂੰ ਉਸ ਮੀਟਿੰਗ ਦਾ ਬਾਈਕਾਟ ਕਰਨਾ ਪਿਆ, ਇਸ ਦੇ ਉੱਤੇ ਅਸੀਂ ਗੱਲ ਕਰਾਂਗੇ। ਫਿਲਹਾਲ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਸਰੀ ਦੇ ਮੌਸਮ ਦੀ। ਪਹਿਲਾਂ ਗੱਲ ਕਰ ਲਈਏ। ਮੌਸਮ ਕਈ ਦਿਨਾਂ ਤੋਂ ਥੋੜਾ ਜਿਹਾ ਠੰਡਾ ਵੀ ਕਾਫੀ ਚੱਲ ਰਿਹਾ ਹੈ, ਲਗਾਤਾਰ ਬਾਰਿਸ਼ ਹੋ ਰਹੀ ਸੀ ਤੇ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਕਿ ਜਿਹੜਾ ਤਾਪਮਾਨ ਹੈ ਉਹ ਹੇਠਾਂ ਡਿੱਗਿਆ ਹੋਇਆ ਸੀ। ਤੇ ਹੁਣ ਜਿਹੜੀ ਇਸ ਤਾਪਮਾਨ ਦੇ ਡਿੱਗਣ ਦੇ ਨਾਲ ਮੌਸਮ ਵਿਭਾਗ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀਗਾ ਕਿ ਕੁਝ ਦਿਨ ਵੈਦਰ ਇੱਦਾਂ ਹੀ ਰਹੇਗਾ। ਚੇਤਾਵਨੀ ਵੀ ਦਿੱਤੀ ਗਈ ਸੀ ਤੇਜ਼ ਹਵਾਵਾਂ ਚੱਲਣ ਦੀ ਤੇ ਤੇਜ਼ ਹਵਾਵਾਂ ਕਈ ਦਿਨਾਂ ਤੋਂ ਚੱਲਦੀਆਂ ਰਹੀਆਂ, ਜਿਸ ਕਰਕੇ ਕਈ ਥਾਈਂ ਨੁਕਸਾਨ ਵੀ ਹੋਇਆ। ਨੁਕਸਾਨ ਹੋਇਆ ਕਿ ਘੱਟੋ ਘੱਟ 176,000 ਜਿਹੜੇ ਹਾਈਡਰੋ ਪਰਿਵਾਰ ਨੇ, ਹਾਈਡਰੋ ਕਸਟਮਰਸ ਨੇ, ਉਹਨਾਂ ਦੀ ਘਰਾਂ ਦੀ ਜਿਹੜੀ ਬਿਜਲੀ ਹੈ ਉਹ ਗੁੱਲ ਹੋ ਗਈ। ਕਈ ਥਾਵਾਂ ਦੇ ਉੱਤੇ ਇਹ ਬਿਜਲੀ ਇਸੇ ਤਰ੍ਹਾਂ ਗੁੱਲ ਰਹੀ, ਬਿਜਲੀ ਤੋਂ ਬਿਨਾਂ ਹੀ ਸਾਰੇ ਬੈਠ ਗਏ ਔਰ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਹੁਣ ਕਾਫੀ ਹੱਦ ਤੱਕ ਕਹਿ ਸਕਦੇ ਆ ਕਿ 96% ਜਿਹੜੇ ਲੋਕ ਹੈ ਉਹਨਾਂ ਦੀ ਬਿਜਲੀ ਜਿਹੜੀ ਹੈ ਉਹ ਹਾਈਡਰੋ ਦੇ ਵੱਲੋਂ ਠੀਕ ਕਰ ਦਿੱਤੀ ਗਈ ਹੈ। ਪਰ ਜਿਸ ਵੇਲੇ ਤੇਜ਼ ਹਵਾਵਾਂ ਚੱਲ ਰਹੀਆਂ ਸੀ ਉਸ ਵੇਲੇ ਕਾਫੀ ਜ਼ਿਆਦਾ ਮੁਸ਼ੱਕਤ ਜਿਹੜੀ ਹੈ ਉਹ ਕਰਨੀ ਪਈ। ਕਈ ਲੋਕਾਂ ਦੇ ਕੰਮਕਾਰ ਰੁਕ ਗਏ। 176,000 ਹਾਈਡਰੋ ਕਸਟਮਰ ਸੀ ਜਿਨ੍ਹਾਂ ਦੀ ਬਿਜਲੀ ਗੁੱਲ ਰਹੀ। ਇਹ ਬੀਤੇ ਦਿਨ ਦੀ ਜੋ ਰਿਪੋਰਟ ਮਿਲੀ ਸੀ ਉਹ ਹੈ, ਪਰ ਇਹ ਸਾਊਥ ਕੋਸਟ ਵਾਲਿਆਂ ਦੀ ਬਿਜਲੀ ਗੁੱਲ ਹੋਣ ਦੀ ਜਾਣਕਾਰੀ ਮਿਲੀ ਸੀ। ਹੁਣ ਦੱਸਦੇ ਹਾਂ ਹੋਰ ਕਿੱਥੇ ਬਿਜਲੀ ਗੁੱਲ ਰਹੀ। ਐਬਸਫੋਰਡ, ਚਿਲੀਵੈਕ, ਮਿਸ਼ਨ, ਲੈਂਗਲੀ, ਸਰੀ, ਵਾਈਟ ਰੌਕ ਤੇ ਮੈਪਲ ਰਿਜ ਦੇ ਵਿੱਚ ਸਭ ਤੋਂ ਵੱਧ ਬਿਜਲੀ ਗਈ। ਵਾਤਾਵਰਨ ਕੈਨੇਡਾ ਦੇ ਵੱਲੋਂ ਹਵਾ ਦੀ ਚੇਤਾਵਨੀ ਨਾਰਥ ਸ਼ੋਰ ਤੋਂ ਰਿਚਮੰਡ ਤੇ ਹੋਪ ਨੂੰ ਜਿਹੜੀ ਹੈ ਉਹ ਕਵਰ ਕਰਦੀ ਹੈ। ਹਵਾ ਦੀ ਚੇਤਾਵਨੀ ਦੇ ਕਾਰਨ ਮੰਗਲਵਾਰ ਨੂੰ BC ਫੇਰੀ ਦੀ ਯਾਤਰਾ ਜਿਹੜੀ ਹੈ ਉਹ ਵੀ ਰੱਦ ਕਰਨੀ ਪਈ। ਵੈਨਕੂਵਰ ਆਇਲੈਂਡ ਦੇ ਉੱਤਰੀ ਹਿੱਸੇ ਦੇ ਵਿੱਚ ਤਕਰੀਬਨ 28,000 ਗ੍ਰਾਹਕ ਆਪਣੀ ਬਿਜਲੀ ਗਵਾ ਚੁੱਕੇ ਨੇ, ਜਿਵੇਂ ਕਿ ਦੱਖਣੀ ਹਿੱਸੇ ਵਿੱਚ 16,000 ਤੋਂ ਵੱਧ। BC ਹਾਈਡਰੋ ਦੇ ਅਨੁਸਾਰ ਬਹੁਤ ਸਾਰੀਆਂ ਥਾਵਾਂ ਤੇ ਵੱਡੇ ਪੱਧਰ ਤੇ ਟਾਹਣੀਆਂ ਦੇ ਟੁੱਟਣ ਤੇ ਬਿਜਲੀ ਦੀਆਂ ਲਾਈਟਾਂ ਡਿੱਗਣ ਕਾਰਨ ਨੁਕਸਾਨ ਵੀ ਹੋਇਆ। ਹਾਈਡਰੋ ਦੇ ਅਨੁਸਾਰ ਹਵਾ ਦੀ ਚੇਤਾਵਨੀ ਦੇ ਕਾਰਨ ਬੰਟਜ਼ਨ ਝੀਲ ਨੂੰ ਵੀ ਬੰਦ ਕਰ ਦਿੱਤਾ ਗਿਆ। ਵਿਭਾਗ ਵੱਲੋਂ ਫਿਲਹਾਲ ਤੇਜ਼ ਹਵਾਵਾਂ ਕਾਰਨ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਗਈ ਹੈ। ਮੰਗਲਵਾਰ ਨੂੰ ਜਿਹੜੀ ਤੂਫਾਨੀ ਹਵਾ ਚੱਲ ਰਹੀ, ਉਸ ਤੋਂ ਬਾਅਦ ਬੁੱਧਵਾਰ ਸਵੇਰੇ 6 ਵਜੇ ਤੱਕ ਜਿਹੜੀ ਕਹਿ ਸਕਦੇ ਹਾਂ ਕਿ ਅੱਜ ਸਵੇਰ ਤੱਕ 96% ਗਾਹਕਾਂ ਦੀ ਜਿਹੜੀ ਬਿਜਲੀ ਹੈ ਉਹ ਵਾਪਸ ਆ ਗਈ ਸੀ, ਬਹਾਲ ਕਰ ਦਿੱਤੀ ਗਈ ਹੈ। BC ਹਾਈਡਰੋ ਦਾ ਕਹਿਣਾ ਹੈ ਕਿ ਕਰੂ ਗਾਹਕਾਂ ਨੂੰ ਬਿਜਲੀ ਵਾਪਸ ਕਰਾਉਣ ਦੇ ਲਈ ਕਾਫੀ ਘੰਟੇ ਉਹਨਾਂ ਨੂੰ ਕੰਮ ਕਰਨਾ ਪਿਆ ਤੇ ਹਜ਼ਾਰਾਂ ਘਰ ਤੇ ਕਾਰੋਬਾਰ ਜਿਹੜੇ ਨੇ ਉਹ ਬਿਜਲੀ ਤੋਂ ਬਿਨਾਂ ਹੀ ਚੱਲ ਰਹੇ ਨੇ। ਅੱਜ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਬਿਜਲੀ
ਗੁੱਲ ਹੋਈ ਹੈ, ਕਈ ਥਾਵਾਂ ਦੇ ਉੱਤੇ ਦਿੱਕਤਾਂ ਆਈਆਂ ਨੇ, ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਵੀ ਟੁੱਟ ਗਈਆਂ ਨੇ, ਬਿਜਲੀ ਦੇ ਖੰਭੇ ਡਿੱਗੇ ਨੇ, ਉਹ ਕਹਿ ਸਕਦੇ ਹਾਂ ਕਿ ਉਹ ਵੀ ਜਿਹੜੀ ਹੈ ਠੀਕ ਕੀਤੀ ਜਾ ਰਹੀ ਹੈ। ਤੇ ਕੁਝ ਪਰਿਵਾਰ ਜਿਨ੍ਹਾਂ ਦੀ ਬਿਜਲੀ ਨਹੀਂ ਆ ਰਹੀ ਸੀ, ਜਿਨ੍ਹਾਂ ਘਰਾਂ ਦੀ, ਉਹ ਕਹਿ ਸਕਦੇ ਹਾਂ ਕਿ ਅੱਜ ਦੁਪਹਿਰ ਤੱਕ ਵਾਪਿਸ ਆ ਜਾਏਗੀ। ਸੋ ਜੇ ਤੁਹਾਡੇ ਘਰ ਦੀ ਵੀ ਬਿਜਲੀ ਗੁੱਲ ਰਹੀ ਹੈ ਤਾਂ ਥੋੜਾ ਜਿਹਾ ਇੰਤਜ਼ਾਰ ਕਰਨਾ, ਕਿਉਂਕਿ ਅੱਜ ਵੈਦਰ ਠੀਕ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਜਲੀ ਵਿਭਾਗ ਦੇ ਵੱਲੋਂ ਕਿ ਬਿਜਲੀ ਜਿਹੜੀ ਹੈ ਉਹ ਠੀਕ ਕਰ ਦਿੱਤੀ ਜਾਏ ਤੇ ਤੁਹਾਨੂੰ ਜਲਦੀ ਤੋਂ ਜਲਦੀ ਬਿਜਲੀ ਮਿਲ ਜਾਏ। ਇੱਥੋਂ ਤੱਕ ਕਿ ਕਈ ਥਾਵਾਂ ਦੀ ਤਾਂ ਅਸੀਂ ਗੱਲ ਕਰ ਹੀ ਰਹੇ ਸੀ, ਜਦੋਂ ਕੱਲ੍ਹ ਅਸੀਂ ਸਟੂਡੀਓ ਦੇ ਵਿੱਚ ਸ਼ੋਅ ਵੀ ਕਰ ਰਹੇ ਸੀ ਤਾਂ ਸੈਕਿੰਡ ਸੈਗਮੈਂਟ ਦੇ ਵਿੱਚ ਜਦੋਂ ਲਾਈਟ ਗਈ ਤਾਂ ਸਾਡਾ ਵੀ ਜਿਹੜਾ ਸ਼ੋਅ ਹੈ ਉਹ ਬਿਜਲੀ ਬੰਦ ਹੋਣ ਕਰਕੇ ਸਾਨੂੰ ਰੋਕਣਾ ਪਿਆ ਸੀ, ਕਿਉਂਕਿ ਸਾਰੀ ਲਾਈਟ ਬੰਦ ਹੋ ਗਈ ਸੀ। ਫਿਲਹਾਲ ਹੁਣ ਮੌਸਮ ਠੀਕ ਹੈ ਤਾਂ ਉਮੀਦ ਕਰਦੇ ਹਾਂ ਕਿ ਤੇਜ਼ ਹਵਾਵਾਂ ਜਿਹੜੀਆਂ ਉਹ ਥੋੜ੍ਹੀਆਂ ਥੰਮ ਚੁੱਕੀਆਂ ਨੇ ਤੇ ਹੁਣ ਬਿਜਲੀ ਜਿਹੜੀ ਹੈ ਉਹ ਨਹੀਂ ਜਾਏਗੀ, ਤੇ ਜਿਨ੍ਹਾਂ ਦੀ ਜਾ ਚੁੱਕੀ ਹੈ ਉਹਨਾਂ ਦੀ ਵੀ ਬਿਜਲੀ ਜਿਹੜੀ ਹੈ ਜਲਦੀ ਵਾਪਿਸ ਆ ਜਾਏਗੀ। ਅੱਗੇ ਕਰੋਨਾ ਵਾਇਰਸ ਮਾਮਲਿਆਂ ਦੀ ਗੱਲ ਕਰ ਲੈਂਦੇ ਹਾਂ। ਕੋਵਿਡ ਦੇ ਜਿਹੜੇ ਕੇਸਿਸ ਨੇ ਉਹ BC ਦੇ ਵਿੱਚ ਕਦੀ ਰੁਕ ਜਾਂਦੇ ਨੇ, ਕਦੀ ਵੱਧ ਜਾਂਦੇ ਨੇ। ਕਾਰਨ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਹੈ ਕਿ ਮੇਲ ਜੋਲ ਜਿਹੜੇ ਸ਼ੁਰੂ ਹੋ ਚੁੱਕੇ ਨੇ, ਇਕੱਠ ਸ਼ੁਰੂ ਹੋ ਚੁੱਕੇ ਨੇ, ਉਹਨਾਂ ਕਰਕੇ ਵੀ ਕਾਫੀ ਹੱਦ ਤੱਕ ਹੈ ਜਿਹੜਾ ਕੋਵਿਡ ਕੇਸਿਸ ਵੱਧ ਰਹੇ ਨੇ, ਇਹ ਵਾਇਰਸ ਜਿਹੜਾ ਹੈ ਉਹ ਸਪਰੈਡ ਹੋ ਰਿਹਾ ਹੈ। ਲੋਅਰ ਮੇਨਲੈਂਡ ਦੀ ਗੱਲ ਕਰ ਲੈਂਦੇ ਹਾਂ, ਜਿੱਥੇ ਕੇਅਰ ਹੋਮਾਂ ਦੇ ਵਿੱਚ ਕੁਝ ਕੇਸਿਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਕੇਅਰ ਹੋਮਾਂ ਦੇ ਵਿੱਚ ਜਿਹੜੇ ਹੈ 3-4 ਕੇਸਿਸ ਅਜਿਹੇ ਦੇਖਣ ਨੂੰ ਮਿਲੇ ਨੇ ਜੋ ਫਿਰ ਤੋਂ ਕਰੋਨਾ ਵਾਇਰਸ ਦੇ ਸਾਹਮਣੇ ਆ ਗਏ। ਜਿਨ੍ਹਾਂ ਨੂੰ ਹੋਇਆ ਸੀ ਉਹਨਾਂ ਨੂੰ ਫਿਲਹਾਲ ਕੁਆਰੰਟੀਨ ਤਾਂ ਕਰ ਦਿੱਤਾ ਗਿਆ, ਪਰ ਇਹ ਮਾਮਲੇ ਫਿਰ ਤੋਂ ਵਧਣਾ ਇੱਕ ਚਿੰਤਾ ਜ਼ਰੂਰ ਵਧਾ ਰਹੇ ਨੇ, ਕਿਉਂਕਿ ਅਪਡੇਟ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੇ ਕੁਝ ਸਮੇਂ ਤੋਂ ਕੇਅਰ ਹੋਮ ਸੀਗੇ ਉਹਨਾਂ ਦੇ ਵਿੱਚ ਜਿਹੜੇ ਹੈ ਸਾਵਧਾਨੀ ਕਾਫੀ ਵਰਤੀ ਜਾ ਰਹੀ ਸੀ, ਤੇ ਜਿਹੜੇ ਕੇਸਿਸ ਹੈ ਕਰੋਨਾ ਵਾਇਰਸ ਦੇ ਉਹ ਫਿਲਹਾਲ ਜਿਹੜੇ ਨੇ ਉਹ ਰੁਕ ਚੁੱਕੇ ਸੀ ਤੇ ਹੁਣ ਫਿਰ ਤੋਂ ਕੇਅਰ ਹੋਮਸ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਨੇ। ਲੋਅਰ ਮੇਨਲੈਂਡ ਦੀ ਇਹ ਗੱਲ ਕਰ ਰਹੇ ਹਾਂ ਜਿੱਥੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਤੀਜੀ ਸਾਈਡ ਕਹੀ ਜਾ ਰਹੀ ਹੈ ਸੀ ਵਰਕਰ ਨੇ ਕਰੋਨਾ ਵਾਇਰਸ ਲਈ ਸਕਾਰਾਤਮਕ ਜਿਹੜਾ ਟੈਸਟ ਦਿੱਤਾ ਹੈ। ਸਰੀ ਦੇ PICS ਯਾਨੀ ਪਿਕ ਸਟਾਫ ਮੈਂਬਰ ਨੇ COVID-19 ਲਈ ਸਕਾਰਾਤਮਕ ਟੈਸਟ ਦਿੱਤਾ ਹੈ। ਉਧਰ ਹੋਰ ਸਟਾਫ ਮੈਂਬਰ ਚਾਰਟਵੈਲ ਕੈਰਿੰਗਟਨ ਹਾਊਸ ਦੇ ਵਿੱਚ ਸਕਾਰਾਤਮਕ ਟੈਸਟ ਦੇ ਚੁੱਕੇ ਨੇ। ਇੱਕ ਤੀਜੀ ਸਾਈਡ ਸੀ ਵਰਕਰ ਵਰਕ ਕੈਂਪ ਜੋ ਫੋਰਟ ਸੈਂਟ ਜੌਨ ਨੇ ਵੀ ਕੋਵਿਡ ਟੈਸਟ ਦਿੱਤਾ ਹੈ। ਫਿਲਹਾਲ ਸਾਰੇ ਮੈਂਬਰ ਕਹਿ ਰਹੇ ਨੇ ਕਿ ਕੁਆਰੰਟੀਨ ਕਰ ਦਿੱਤੇ ਗਏ ਨੇ। ਫਿਲਹਾਲ ਫਰੇਜ਼ਰ ਹੈਲਥ ਦਾ ਇਹ ਕਹਿਣਾ ਹੈ ਕਿ ਹਰੇਕ ਸਾਈਟ ਤੇ ਸੁਧਾਰ ਤੇ ਨਿਰੰਤਰਨ ਜਿਹੜੇ ਨੇ ਉਹ ਕੀਤੇ ਗਏ ਨੇ। BC ਹਾਈਡਰੋ ਦਾ ਕਹਿਣਾ ਹੈ ਕਿ 3 ਸਾਈਟ ਸੀ ਕੇਸ ਸੰਬੰਧਿਤ ਕੇਸ ਆਏ ਨੇ। ਸ਼ੁੱਕਰਵਾਰ ਤੱਕ BC ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ COVID-19 ਦੇ 10,185 ਮਾਮਲੇ ਦਰਜ ਕੀਤੇ ਗਏ ਨੇ ਤੇ ਨਾਲ ਹੀ 245 ਜਿਹੜੀਆਂ ਨੇ ਉਹ ਮੌਤਾਂ ਦਰਜ ਕੀਤੀਆਂ ਗਈਆਂ ਨੇ। ਸੋ ਇਹ ਹੁਣ ਤੱਕ ਦੀ ਜਿਹੜੀ ਤਾਜ਼ਾ ਅਪਡੇਟ ਮਿਲੀ ਹੈ। ਹਜੇ ਵੀ ਜਿਹੜੇ ਕੇਅਰ ਹੋਮ ਨੇ ਉਹਨਾਂ ਦੇ ਵਿੱਚ ਹੋਰ ਜਿਹੜੀ ਹੈ ਸਾਵਧਾਨੀ ਵਰਤਣ ਦੀ ਲੋੜ ਹੈ, ਸਤਰਕ ਰਹਿਣ ਦੀ ਲੋੜ ਹੈ। ਔਰ ਈਵਨ ਕਿ ਜਿਹੜੇ ਕੇਅਰ ਹੋਮ ਦੇ ਵਿੱਚ ਬਜ਼ੁਰਗ ਨੇ ਜਾਂ ਹੋਰ ਕਹਿ ਲਓ ਲੋਕ ਨੇ, ਉਹਨਾਂ ਨੂੰ ਆਪਣੇ ਆਪ ਨੂੰ ਅਜੇ ਵੀ ਕਿਤੇ ਨਾ ਕਿਤੇ ਸੁਰੱਖਿਅਤ ਰੱਖਣ ਦੇ ਲਈ ਹੈਂਡ ਸੈਨੀਟਾਈਜ਼ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਮਾਸਕ ਆਪਣੇ ਪਾ ਕੇ ਰੱਖੋ। ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਕੇਅਰ ਹੋਮ ਦੇ ਵਿੱਚ ਆਉਂਦੇ ਹੋ ਉਸ ਤੋਂ ਪਹਿਲਾਂ ਵੀ ਜਿਹੜਾ ਆਪਣੇ ਘਰਾਂ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਜਿਹੜਾ ਇਕੱਠ ਹੈ ਉਸ ਤੋਂ ਵੀ ਹਜੇ ਥੋੜਾ ਪਰਹੇਜ਼ ਜ਼ਰੂਰ ਕਰੋ। ਅੱਗੇ ਕੋਵਿਡ ਦੇ ਕੇਸਿਸ BC ਦੀ ਤਾਂ ਅਸੀਂ ਗੱਲ ਕਰ ਲਈ। ਕਈ ਥਾਵਾਂ ਦੇ ਉੱਤੇ ਇਹ ਮਾਮਲੇ ਹਜੇ ਵੀ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ। ਇਹਨਾਂ ਮਾਮਲਿਆਂ ਦੇ ਵਿੱਚ ਚਾਹੇ ਅਸੀਂ ਭਾਰਤ ਦੀ ਗੱਲ ਕਰ ਲਈਏ, ਅਮਰੀਕਾ ਦੀ ਗੱਲ ਕਰ ਲਈਏ ਤੇ ਜਾਂ ਫਿਰ ਬ੍ਰਾਜ਼ੀਲ ਦੀ ਗੱਲ ਕਰ ਲਈਏ, ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਇਸ ਵੇਲੇ ਜੋ ਹੈ, ਸਭ ਤੋਂ ਪ੍ਰਭਾਵਿਤ ਦੇਸ਼ ਇਹ ਮੰਨੇ ਜਾ ਰਹੇ ਨੇ ਜਿੱਥੇ ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੇ ਨੇ। ਵਿੱਚੋਂ ਦੀ ਹੈ ਜਿਹੜੀ ਇੱਥੋਂ ਦੀ ਵੀ ਸਿਚੁਏਸ਼ਨ ਥੋੜੀ ਠੀਕ ਆਈ ਸੀ। ਇੱਕ ਦੇਸ਼ ਹੋਰ ਦੀ ਗੱਲ ਕਰ ਲਈਏ, ਯੂਰਪ ਦੇ ਵਿੱਚ ਕਹਿ ਰਹੇ ਨੇ ਕਿ ਯੂਰਪ ਦੇ ਵਿੱਚ ਵੀ ਹੈ ਕੋਵਿਡ ਦੇ ਮਾਮਲੇ ਇਸ ਕਦਰ ਤੱਕ ਵੱਧ ਚੁੱਕੇ ਨੇ ਕਿ ਕਈ ਥਾਵਾਂ ਦੇ ਉੱਤੇ ਲਾਕਡਾਊਨ ਹੁਣ ਫਿਰ ਤੋਂ ਲਗਾਉਣਾ ਪੈ ਰਿਹਾ ਹੈ, ਯਾਨੀ ਬੰਦ ਕਰਨਾ ਪੈ ਰਿਹਾ। ਯੂਰਪ ਦੇ ਕਈ ਥਾਵਾਂ ਤੇ ਪੈਰਿਸ ਦੀ ਵੀ ਇਹੀ ਸਿਚੁਏਸ਼ਨ ਸਾਹਮਣੇ ਆਈ ਹੈ। ਕਰੋਨਾ ਵਾਇਰਸ ਦੇ ਮਾਮਲੇ ਵੱਧਦੇ ਦੇਖ ਕੇ ਜਿਹੜੀ ਕਾਰੋਬਾਰ ਜਾਂ ਕੁਝ ਥਾਵਾਂ ਖੋਲ੍ਹ ਦਿੱਤੀਆਂ ਗਈਆਂ ਸੀ ਉਹ ਮੁੜ ਤੋਂ ਜਿਹੜੀਆਂ ਨੇ ਉਹ ਬੰਦ ਕਰਨੀਆਂ ਪੈ ਰਹੀਆਂ ਨੇ। ਸੋ ਫਿਲਹਾਲ ਅਪਡੇਟ ਦੇ ਮੁਤਾਬਕ ਇਹ ਦੱਸ ਦਈਏ ਕਿ ਜਿਹੜੇ ਕੇਸਿਸ ਸਾਹਮਣੇ ਆਏ ਨੇ ਅਮਰੀਕਾ ਅਤੇ ਬ੍ਰਾਜ਼ੀਲ ਦੀ ਅਸੀਂ ਗੱਲ ਕਰ ਰਹੇ ਸੀ, ਪ੍ਰਭਾਵਿਤ ਸੂਬੇ ਮੰਨੇ ਜਾ ਰਹੇ ਨੇ। ਅਮਰੀਕਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਮੰਨਿਆ ਜਾ ਰਿਹਾ ਕਿ 51,000 ਮਾਮਲੇ ਜਿਹੜੇ ਨੇ ਉਹ ਕਰੋਨਾ ਵਾਇਰਸ ਦੇ ਸਾਹਮਣੇ ਆਏ। 823 ਲੋਕਾਂ ਦੀ ਇੱਥੇ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਦੇ ਵਿੱਚ 11,000 ਨਵੇਂ ਕਰੋਨਾ ਸੰਕਰਮਿਤ ਮਾਮਲੇ ਮਿਲੇ ਨੇ ਤੇ 354 ਲੋਕਾਂ ਨੇ ਇੱਥੇ ਦਮ ਤੋੜਿਆ ਹੈ। ਦੋਨਾਂ ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 62,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ ਤੇ 73,000 ਜਿਹੜੇ ਲੋਕ ਨੇ ਉਹ ਠੀਕ ਵੀ ਹੋਏ ਨੇ। ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 14 ਅਕਤੂਬਰ ਸਵੇਰ ਤੱਕ ਵੱਧ ਕੇ 80,99,000 ਪਹੁੰਚ ਗਈ।
इस समय 2 ਲੱਖ संक्रमित हो चुके हैं। इन्हां विचों 1,10,000 लोग अपनी जिहड़ी जान है वो गवा चुके हैं। अमेरिका दे विच हुण तक 52.25 ਲੱਖ लोग ठीक भी होए ने। इत्थे अजे 26,43,000 एक्टिव केस यानी कि ये लोग अजे भी वायरस नाल संक्रमित ने। भारत में रिकवरी रेट 87% है, यानी कुल संक्रमितों के विचों 63 ਲੱਖ लोग जिहड़े ने ठीक हो चुके हैं। भारत में 8,27,000 तो ज़्यादा एक्टिव केस ने। कोरोना का संक्रमण बेशक तेज़ी नाल फैल रहा है, पर हुण वो इन्ना खतरनाक नहीं है, ये गल माहरां ने कही है। कई माहरां का दावा है कि दहशत फैलाउण वाला जिहड़ा कोरोना है वो जल्दी खत्म हो जाएगा, जबकि गल तो यह है कि कोरोना खत्म तो हो ही जाएगा, पर वड्डा सवाल ये है कि कदों तक और जदों तक वैक्सीन नहीं आ जाती उदों तक तो असीं सारे एक चुनौती भरे समय दे विच हैगे ही हाँ। उदों तक जिहड़ा दौर चल रहा है उस लई सानूं ख्याल तो रखना ही पएगा। फिलहाल ध्यान रखना पएगा। हर देश जिहड़े लॉकडाउन तो बाद दोबारा खुलण की सिचुएशन दे विच आ गए सीगे, उन्हां दे विच फिर तो कोरोना वायरस के मामले इस कदर वधन लग गए कि उन्होंने फिर तो बंद करना पिया। सो लॉकडाउन वर्गी सिचुएशन दे विच, लॉकडाउन वर्गी स्थिति दे विच असीं ना जाइए, इसलिए सानूं सारिआं नूं खुद ही अपना ख्याल रखना पएगा, क्योंकि अपना ख्याल रखांगे तो जाहिर जी गल है असीं अपणिआं दा ते दूजिआं दा ख्याल भी जिहड़ा रख सकांगे। इस तो इलावा दस दिए कि हैंड सैनिटाइज़र वगैरह या मास्क है वो सब असीं इस्तेमाल तो कर रहे हैं, पर की असीं ठीक चीज़ का ही इस्तेमाल कर रहे हैं, ये भी वड्डी गल है। हैंड सैनिटाइज़र जिहड़े ने वो मार्केट दे विच कई तरह के आ चुके हैं, कई इदां दे ब्रांड्स ने जिहड़े असीं इस्तेमाल कर रहे हैं, पर कुछ रिपोर्ट इस तरीके की सामने आई है कि हैंड सैनिटाइज़र जिहड़े असीं इस्तेमाल कर रहे हैं वो सारे ठीक नहीं है। सिर्फ जिहड़े आइडेंटिफाई कुछ ही जिहड़े सैनिटाइज़र है उन्हां नूं ही यूज़ करो, उही तुहाडे लई ठीक बैठ सकदे ने। मंगलवार नूं पबलिश हुई एक रिसर्च रिपोर्ट दे विच कहा गया है कि अजिहा संभव है कि कोरोना वायरस नाल ठीक हो चुके जिहड़े मरीज़ ने वो दोबारा वायरस का संक्रमण उन्हां नूं जिहड़ा वो हो सकता है। सो इस दे विच भी कहा गया कि दूजी बार संक्रमण के शिकार मरीज़ विच ज़्यादा गंभीर लक्षण जिहड़े ने वो दिखाई दे सकते हैं। सो इस तरीके नाल ये रिपोर्ट सामने आई है तो इत्थे हैल्थ कैनेडा ने लोगों की सेहत लई एक संभावित जोखम मन्ने जाने वाले हैंड सैनिटाइज़र की जिहड़ी वध रही सूची विच 5 नवे होर उत्पाद शामिल कर दिते हैं। मंगलवार नूं एजेंसी ने अपने उत्पादों की सूची नूं अपडेट किया है। हेठां दिते 5 रोगाणुओं नूं शामिल किया गया है। तुहानूं नाम असीं इन्हां हैंड सैनिटाइज़र दे जरूर दस्सांगे। हैल्थ कैनेडा के मुताबक अजिहे उत्पादों की अक्सर वरतों जिन्हां विच एथेनॉल या होर डीनैचुरेंट्स के ग्रेड शामिल होंदे ने, वो खुश्क चमड़ी, अखां दे विच जलन ते साह प्रणाली ते सिर दर्द का कारण बन सकते हैं। नवे 5 सैनिटाइज़र जिहड़े ने हैल्थ कैनेडा ने कंपनियां नूं इन्हां उत्पादां दी विक्री रोकण दे निर्देश दिते ने। इन्हां दे विच लास्ट बेस्ट ब्रूइंग एंड डिस्टिलिंग हैंड सैनिटाइज़र, इस तो इलावा नॉर्म्ड हैंड सैनिटाइज़र प्रोड्यूस्ड बाय रॉकी माउंटेन सोप कंपनी, प्रेरी पोशन प्योरीफाई हैंड सैनिटाइज़र एंड एंटीबैक्टीरियल स्प्रे। सो इस तरह के 2 होर हैंड सैनिटाइज़र ने जिन्हां नूं ना वरतण की अपील की गई है। इन्हां उत्पादां नूं फार्मेसी दे विच तुसीं वापस कर सकते हो जे तुसीं खरीद चुके हो। एजेंसी का कहना है कि हैंड सैनिटाइज़र जो अधिकारत हुए ने वो या तो कुदरती उत्पाद नंबर NPN या ड्रग DIN नूं उत्पाद के लेबल पर प्रदर्शित करेंगे। वैसे सेहत अधिकारी ये सलाह देंदे ने कि हैंड सैनिटाइज़र उदों ही इस्तेमाल करो जदों पानी या साबन जिहड़ा है वो उपलब्ध नहीं है, उदों ही तुसीं इसका जिहड़ा है इस्तेमाल करो। अदरवाइज कोशिश करो कि पानी नाल ही तुसीं अपने हत्थ जिहड़े है वो धोवो। इस तो इलावा दस दे कि मंगलवार नूं जिहड़ी एक होर रिपोर्ट जिहड़ी पबलिश हुई है उस दे विच ये कहा गया है कि जिहड़े दूजी बार संक्रमण के शिकार मरीज़ दे विच ज़्यादा गंभीर जिहड़े लक्षण वो दिखाई दे सकते हैं। जी हाँ, लैंसेट इन्फैक्शियस डिसीज़ जर्नल विच पबलिश की गई एक रिपोर्ट जो अमेरिका दे विच आई है विच सामने आया है कि एक बार वायरस के संक्रमण दे नाल ठीक हो जाना शरीर दे विच हमेशा लई इम्यूनिटी पैदा हो जाने की गारंटी नहीं दे रहा। अमेरिका दे कैनेडा दे विच एक 25 साल के मरीज़ दे विच कोविड नैगेटिव दे जिहड़ा मामला पाए जाने तो बाद 48 घंटिया के अंदर SARS-CoV-2 के कुछ लक्षण उस दे विच दिखाई दिते सी। इस व्यक्ति दे विच दूजी बार होए संक्रमण के लक्षण पहली बार नालों ज़्यादा गंभीर दिखाई दिते, जिस दे चलते उसनूं ऑक्सीजन सपोर्ट ते हस्पताल दे विच भर्ती कराउणा पिया। इस रिसर्च पेपर दे विच दुनिया भर दे विच 4 कन्फर्म री-इन्फैक्शनस मामलों को भी शामिल किया गया है। इस विच बेल्जियम, नीदरलैंड्स, हांगकांग ते होर कई जिहड़े देशों के 1-2 मरीज़ जिहड़े शामिल ने।
ਮਾਹਰਾਂ ਦਾ ਕਹਿਣਾ ਹੈ ਕਿ ਰੀਇਨਫੈਕਸ਼ਨ ਦੀ ਸਥਿਤੀ ਦੁਨੀਆ ਭਰ ਦੇ ਵਿੱਚ ਮਹਾਮਾਰੀ ਦੇ ਖਿਲਾਫ ਚੱਲ ਰਹੀ ਲੜਾਈ ਦੇ ਵਿੱਚ ਵੱਡਾ ਅਸਰ ਜਿਹੜਾ ਪਾ ਸਕਦੀ ਹੈ। ਨਿਵਾਡਾ ਦੇ ਸਟੇਟ ਪਬਲਿਕ ਹੈਲਥ ਲੈਬ ਦੇ ਲਈ ਕੰਮ ਕਰਨ ਵਾਲੇ ਅਤੇ ਇਸ ਰਿਸਰਚ ਦੀ ਅਗਵਾਈ ਕਰਨ ਵਾਲੇ ਰਿਸਰਚਰ ਮਾਰਕ ਪੈਂਡੋਰੀ ਨੇ ਕਿਹਾ ਕਿ ਕੋਵਿਡ-19 ਨਾਲ ਮਿਲੀ ਇਮਿਊਨਿਟੀ ਨੂੰ ਸਮਝਣ ਵਿੱਚ ਦੁਬਾਰਾ ਸੰਕਰਮਣ ਦੀ ਸੰਭਾਵਨਾ ਅਹਿਮ ਰੋਲ ਆਪਣਾ ਪਾ ਸਕਦੀ ਹੈ, ਖਾਸ ਕਰਕੇ ਜਦੋਂ ਤੱਕ ਇਸ ਦੇ ਲਈ ਕੋਈ ਵੀ ਵੈਕਸੀਨ ਡਿਵੈਲਪ ਨਹੀਂ ਹੋ ਜਾਂਦੀ। ਉਹਨਾਂ ਕਿਹਾ ਹੈ ਕਿ ਸਾਨੂੰ ਹੋਰ ਜ਼ਿਆਦਾ ਰਿਸਰਚ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਸਮਝ ਪਾਈਏ ਕਿ SARS-CoV-2 ਦੇ ਸੰਪਰਕ ਵਿੱਚ ਆਏ ਲੋਕਾਂ ਦੇ ਵਿੱਚ ਪੈਦਾ ਹੋਈ ਇਮਿਊਨਿਟੀ ਕਿੰਨੇ ਲੰਮੇ ਸਮੇਂ ਤੱਕ ਜਿਹੜੀ ਹੈ ਉਹ ਬਰਕਰਾਰ ਰਹਿ ਸਕਦੀ ਹੈ। ਨਾਲ ਹੀ ਇਹ ਜਿਹੜੀ ਸਥਿਤੀ ਬਣੀ ਹੋਈ ਹੈ, ਇਹਨਾਂ ਮਾਮਲਿਆਂ ਦੇ ਜਿਹੜੇ ਇਹ ਮਾਮਲੇ ਨੇ ਜਿਹੜੇ ਉਹਨਾਂ ਦੇ ਵਿੱਚ ਲੱਛਣ ਜਿਹੜੇ ਨੇ ਉਹ ਇੰਨੇ ਗੰਭੀਰ ਕਿਉਂ ਬਣੇ ਹੋਏ ਨੇ। ਸੋ ਇਸ ਸਾਰੀ ਕਹਿੰਦੇ ਆ ਕਿ ਸਿਚੁਏਸ਼ਨ ਦੇ ਉੱਤੇ ਨਜ਼ਰ ਰੱਖਣੀ ਵੀ ਜ਼ਰੂਰੀ ਹੈ ਤੇ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਦੁਬਾਰਾ ਜੇ ਸੰਕਰਮਣ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਹੈ ਉਹ ਜਿਹੜਾ ਵਧੀਆ ਰਹਿ ਸਕਦਾ ਹੈ ਜਾਂ ਕਾਇਮ ਰਹਿ ਸਕਦਾ ਹੈ। ਇਸ ਦੀ ਕੋਈ ਮਾਹਰ ਗਾਰੰਟੀ ਨਹੀਂ ਦੇ ਰਹੀ। ਇਸ ਲਈ ਸ਼ਾਇਦ ਕਹਿ ਸਕਦੇ ਹਾਂ ਕਿ ਅਮਰੀਕਾ ਵੀ ਜਿਹੜਾ ਹੁਣ ਤੱਕ ਹੱਬ ਮੰਨਿਆ ਜਾ ਰਿਹਾ ਸੀ ਕਰੋਨਾ ਵਾਇਰਸ ਦਾ, ਹਜੇ ਵੀ ਪ੍ਰਭਾਵਿਤ ਮਾਮਲੇ ਸਾਹਮਣੇ ਆ ਰਹੇ ਨੇ। ਅਮਰੀਕਾ ਦੇ ਵਿੱਚ ਵੀ ਕੁਝ ਜਿਹੜੇ ਲੋਕ ਨੇ ਉਹ ਮੰਗ ਕਰ ਰਹੇ ਸੀ ਕਿ लॉकडाउन ਜਿਹੜਾ ਇੱਕ ਵਾਰ ਫਿਰ ਤੋਂ ਹੋ ਜਾਏ ਤਾਂ ਸ਼ਾਇਦ ਸਥਿਤੀ ਠੀਕ ਹੋ ਸਕਦੀ ਹੈ। ਹਾਲਾਂਕਿ ਡੋਨਲਡ ਟਰੰਪ ਇਸ ਗੱਲ ਦੇ ਉੱਤੇ ਭੜਕ ਚੁੱਕੇ ਨੇ। ਉਹਨਾਂ ਕਿਹਾ ਕਿ ਦੁਬਾਰਾ ਤੋਂ ਕੋਈ ਸਥਿਤੀ ਨਹੀਂ ਹੈ ਕਿ ਲੌਕਡਾਊਨ ਕਰਨਾ ਜ਼ਰੂਰੀ ਹੈ। ਜੇ ਲੌਕਡਾਊਨ ਦੁਬਾਰਾ ਹੁੰਦਾ ਹੈ ਤਾਂ ਕਾਰੋਬਾਰ ਜਿਹੜੇ ਨੇ ਉਹ ਰੁਕ ਸਕਦੇ ਨੇ, ਯਾਨੀ ਕਾਰੋਬਾਰਾਂ ਦੇ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਟਰੰਪ ਸਾਹਿਬ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਹੈ ਕਿ ਲੌਕਡਾਊਨ ਲਾਗੂ ਕਰਨ ਦੀ ਵਕਾਲਤ ਕਰਨ ਵਾਲਿਆਂ ਦਾ ਵਿਰੋਧ ਕਰਦਿਆਂ ਉਹਨਾਂ ਇਹ ਗੱਲ ਕਹੀ ਹੈ ਕਿ ਇਲਾਜ ਸਮੱਸਿਆ ਤੋਂ ਬਦਤਰ ਨਹੀਂ ਹੋਣਾ ਚਾਹੀਦਾ। ਉਹਨਾਂ ਰੈਲੀ ਨੂੰ ਵੀ ਸੰਬੋਧਿਤ ਕਰਦਿਆਂ ਕਿਹਾ ਕਿ ਲੌਕਡਾਊਨ ਨਾਲ ਸੂਬਿਆਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਉਸ ਦੀਆਂ ਨੀਤੀਆਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਜਿਸ ਦੌਰਾਨ ਉਹ ਰੈਲੀ ਕਰ ਰਹੇ ਸੀ ਉਸ ਦੌਰਾਨ ਦਾਅਵੇ ਵੱਡੇ ਕਰ ਰਹੇ ਨੇ। ਇਸੇ ਲਈ ਜਦੋਂ ਫਿਰ ਤੋਂ ਬੰਦ ਦੀ ਸਥਿਤੀ ਦੇ ਉੱਤੇ ਉਹਨਾਂ ਦੇ ਕੰਨਾਂ ਦੇ ਵਿੱਚ ਗੱਲ ਪਈ ਤਾਂ ਉਹਨਾਂ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਕਾਰੋਬਾਰ ਜਿਹੜੇ ਪ੍ਰਭਾਵਿਤ ਹੋਏ ਨੇ, ਇਸ ਲਈ ਹੁਣ ਲੌਕਡਾਊਨ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਆਪਣੀਆਂ ਨੀਤੀਆਂ ਵੀ ਨਾਲ ਗਿਲਵਾਈਆਂ ਨੇ ਕਿ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹ ਬੈਟਰ ਕੰਮ ਕਰਦੀਆਂ ਰਹੀਆਂ ਨੇ। ਖੈਰ ਡੋਨਲਡ ਟਰੰਪ ਇਸ ਵੇਲੇ ਜਿਹੜੇ ਪੂਰੇ ਚੁਣਾਵੀ ਰੰਗ ਦੇ ਵਿੱਚ ਰੰਗੇ ਹੋਏ ਨੇ, ਉਹ ਇਸ ਵੇਲੇ ਸਿਰਫ ਉਹੀ ਬੋਲੀ ਬੋਲ ਰਹੇ ਨੇ ਜੋ ਉਹਨਾਂ ਦੇ ਸਾਹਮਣੇ ਸਥਿਤੀ ਬਣੀ ਹੋਈ ਹੈ, ਯਾਨੀ ਕਿ ਚੁਣਾਵੀ ਮਾਹੌਲ ਜਿਹੜਾ ਉਹਨਾਂ ਦੇ ਲਈ ਇਹ ਇਸ ਵੇਲੇ ਬਹੁਤ ਜ਼ਰੂਰੀ ਹੈ ਕੈਸ਼ ਕਰਨਾ। ਸੋ ਇਸੇ ਲਈ ਉਹ ਆਪਣੀ ਪਿੱਠ ਵੀ ਖੁਦ ਹੀ ਥਪਥਪਾ ਰਹੇ ਨੇ। ਆਪਣੀਆਂ ਨੀਤੀਆਂ ਜਿਹੜੀਆਂ ਕਰੋਨਾ ਵਾਇਰਸ ਕਰਕੇ ਉਹਨਾਂ ਨੇ ਮੁਕੰਮਲ ਕੀਤੀਆਂ ਜਾਂ ਜਿਹੜੇ ਉਹਨਾਂ ਨੇ ਕੰਮ ਕੀਤੇ ਉਹ ਉਹਨਾਂ ਦੇ ਉੱਤੇ ਆਪਣੀ ਪਿੱਠ ਖੁਦ ਹੀ ਥਪਥਪਾ ਰਹੇ ਨੇ। ਹਾਲਾਂਕਿ ਲੋਕ ਅਜੇ ਇਸ 'ਤੇ ਕੁਛ ਨਹੀਂ ਕਹਿ ਰਹੇ। ਅੱਗੇ ਦੱਸ ਦਈਏ ਕਿ ਆਈਫੋਨ ਜਿਹੜਾ ਐਪਲ ਯਾਨੀ ਕਿ ਆਈਫੋਨ 12 ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਸੀ ਉਹ ਲਾਂਚ ਜਿਹੜਾ ਕਰ ਦਿੱਤਾ ਗਿਆ। ਖੈਰ ਹੁਣ ਤੱਕ ਤਾਂ ਇਹ ਖਬਰ ਤੁਹਾਡੇ ਸਾਰਿਆਂ ਕੋਲ ਪਹੁੰਚ ਹੀ ਗਈ ਚੁੱਕੀ ਹੋਣੀ ਹੈ ਕਿ ਕੀ ਫੀਚਰਸ ਨੇ, ਕੀ ਉਸ ਦੇ ਵਿੱਚ ਨਵੇਂ ਫੀਚਰਸ ਜਿਹੜੇ ਨੇ ਉਹ ਆਏ ਨੇ, ਉਸ ਦੇ ਵਿੱਚ ਹੋਰ ਕਿਹੜੀਆਂ ਖਾਸ ਚੀਜ਼ਾਂ ਨੇ ਜਿਹੜੀਆਂ ਕਿ ਕਾਫੀ ਅਟਰੈਕਟ ਹੋ ਸਕਦੀਆਂ ਨੇ ਤੇ ਜਿਹੜੀ ਤਕਨੀਕੀ ਚੀਜ਼ਾਂ ਦੇ ਵਿੱਚ ਹੋਰ ਕੀ ਉਸ ਵਿੱਚ ਕੀਤਾ ਗਿਆ ਐਡ। ਇੱਕ ਵਾਰੀ ਇਹ ਦੱਸ ਦਈਏ ਕਿ ਅਮਰੀਕੀ ਟੈਕ ਕੰਪਨੀ ਐਪਲ ਨੇ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਹੈ, ਜਿਸ ਦੇ ਤਹਿਤ 4 ਨਵੇਂ ਹੋਰ ਮਾਡਲ ਜਿਹੜੇ ਉਹ ਬਾਜ਼ਾਰ ਦੇ ਵਿੱਚ ਉਤਾਰੇ ਨੇ। ਡਿਜੀਟਲ ਇਵੈਂਟ ਦੇ ਜ਼ਰੀਏ ਇਸ ਦਾ ਐਲਾਨ ਕੀਤਾ ਗਿਆ। ਐਪਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਈਫੋਨ 12 ਦੇ ਹੈਂਡਸੈਟ 5G ਨੈਟਵਰਕ ਨਾਲ ਲੈਸ ਹੋਣਗੇ। ਐਪਲ ਦੇ ਪ੍ਰਮੁੱਖ ਟਿਮ ਕੁਕ ਨੇ ਕਿਹਾ ਕਿ ਅਸੀਂ ਆਈਫੋਨ ਦੇ ਆਪਣੇ ਪੂਰੇ ਲਾਈਨਅਪ ਦੇ ਵਿੱਚ 5G ਲਾ ਰਹੇ ਹਾਂ। ਇਹ ਆਈਫੋਨ ਦੇ ਲਈ ਇੱਕ ਨਵੀਂ ਤਕਨੀਕ ਦੀ ਸ਼ੁਰੂਆਤ ਹੈ। ਸੋ ਕੰਪਨੀ ਨੇ ਨਵੇਂ ਮਿਨੀ ਮਾਡਲ ਨੂੰ ਸ਼ਾਮਿਲ ਕਰਨ ਦੀ ਸੀਮਾ ਵੀ ਵਧਾ ਦਿੱਤੀ ਹੈ। ਦੱਸ ਦੇ ਕਿ ਆਈਫੋਨ 12, ਆਈਫੋਨ 12 ਮਿਨੀ, ਆਈਫੋਨ 12 ਪ੍ਰੋ ਤੇ ਆਈਫੋਨ 12 ਪ੍ਰੋ ਮੈਕਸ ਜਿਹੜਾ ਉਹ ਲਾਂਚ ਕੀਤਾ ਗਿਆ। ਐਪਲ ਦੇ ਪ੍ਰਮੁੱਖ ਟਿਮ ਕੁਕ ਨੇ ਵੀ ਕਿਹਾ ਕਿ 5G ਤਕਨੀਕ ਡਾਊਨਲੋਡ ਅਤੇ ਅਪਲੋਡ ਕਰਨ ਦੇ ਲਈ ਇੱਕ ਨਵੇਂ ਪੱਧਰ ਦੀ ਪਰਫਾਰਮੈਂਸ ਦੇਗੀ। ਵੀਡੀਓ ਸਟ੍ਰੀਮਿੰਗ ਜਿਹੜੀ ਹੈ ਉਹ ਵੀ ਹਾਈ ਕੁਆਲਿਟੀ ਹੋਏਗੀ। ਗੇਮ ਜ਼ਿਆਦਾ ਕਹਿੰਦੇ ਨੇ ਇਸ ਵਿੱਚ ਮਜ਼ੇਦਾਰ ਹੋਏਗੀ। ਇਹ ਥੋੜਾ ਜਿਹਾ ਅਜੀਬ ਹੈ ਕਿਉਂਕਿ ਪਹਿਲਾਂ ਹੀ ਗੇਮਾਂ ਨੇ ਬੜਾ ਸੱਤਿਆਨਾਸ਼ ਕੀਤਾ ਹੋਇਆ ਹੈ ਬੱਚਿਆਂ ਦਾ, ਖਾਸ ਕਰਕੇ ਯੰਗ ਜਨਰੇਸ਼ਨ ਦਾ ਵੀ, ਛੋਟੇ ਬੱਚਿਆਂ ਦਾ ਵੀ। ਸੋ ਹੁਣ ਚਲੋ ਜੇ ਆਈਫੋਨ 12 ਦਾ ਇੰਤਜ਼ਾਰ ਤੁਸੀਂ ਸਾਰੇ ਕਰ ਹੀ ਰਹੇ ਸੀ ਤਾਂ ਤੁਹਾਡੇ ਲਈ ਚੰਗੀ ਖਬਰ ਹੈ ਕਿ ਗੇਮਾਂ ਜਿਹੜੀਆਂ ਉਸ ਦੇ ਵਿੱਚ ਹੋਰ ਵੀ ਮਜ਼ੇਦਾਰ ਹੋਣਗੀਆਂ। ਆਈਫੋਨ 12 ਪ੍ਰੋ ਦੀ ਸਕਰੀਨ ਪਹਿਲਾਂ ਦੇ ਆਈਫੋਨ ਦੀ ਤੁਲਨਾ ਦੇ ਵਿੱਚ ਵੱਡੀ ਹੈ।
ਪਰ ਪਹਿਲੀ ਵਾਰ ਜਿਹੜਾ ਹੈ ਨਵੇਂ ਆਈਫੋਨ ਦੇ ਵਿੱਚ ਹੈੱਡਫੋਨ ਜਾਂ ਚਾਰਜਰ ਜਿਹੜਾ ਉਹ ਨਹੀਂ ਹੋਏਗਾ। ਐਪਲ ਦਾ ਇਹ ਕਹਿਣਾ ਹੈ ਕਿ ਵਾਤਾਵਰਣ ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਅਜਿਹਾ ਕੀਤਾ ਗਿਆ ਹੈ। ਐਪਲ ਦੇ ਮੁਤਾਬਕ ਆਈਫੋਨ 12 ਦਾ ਜਿਹੜਾ ਸਕਰੀਨ ਹੈ ਉਹ 6.1 ਇੰਚ ਰਹੇਗਾ, ਪਰ ਇਸ ਤੋਂ ਪਹਿਲਾਂ ਦੇ ਫੋਨ ਦੀ ਤੁਲਨਾ ਦੇ ਵਿੱਚ ਨਵਾਂ ਫੋਨ 11% ਪਤਲਾ 16% ਹਲਕਾ ਵੀ ਹੋਏਗਾ। ਕੰਪਨੀ ਨੇ ਕਿਹਾ ਨਵੇਂ ਜਿਹੜੇ ਫੋਨ ਦੇ ਵਿੱਚ ਫਲੈਸ਼ ਦਾ ਇਸਤੇਮਾਲ ਕੀਤੇ ਬਗੈਰ ਨਾਈਟ ਮੋਡ ਦੇ ਵਿੱਚ ਤੁਸੀਂ ਸੈਲਫੀ ਲੈ ਸਕਦੇ ਹੋ। ਇਸ ਤੋਂ ਇਲਾਵਾ ਕਲਰ ਕੰਟਰਾਸਟ ਤੇ ਸ਼ੋਰ ਦੇ ਮਾਮਲੇ ਦੇ ਵਿੱਚ ਵੀ ਨਵੇਂ ਫੋਨ ਦੇ ਫੀਚਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਨੇ। ਆਈਫੋਨ 12 ਦੇ ਵਿੱਚ 12 ਮੈਗਾਪਿਕਸਲ ਦੇ 2 ਵਾਈਡ ਐਂਗਲ ਕੈਮਰੇ ਦਾ ਜਿਹੜਾ ਇਸਤੇਮਾਲ ਕੀਤਾ ਗਿਆ, ਜਿਸ ਦੇ ਬਾਰੇ ਵਿੱਚ ਐਪਲ ਦਾ ਦਾਅਵਾ ਹੈ ਕਿ ਇਹ ਘੱਟ ਰੋਸ਼ਨੀ ਦੇ ਵਿੱਚ ਸ਼ਾਨਦਾਰ ਫੋਟੋ ਜਿਹੜੇ ਹੈ ਉਹ ਲਈ ਜਾ ਸਕਦੀ ਹੈ। ਸੋ ਵਧੀਆ ਗੱਲ ਹੈ, ਐਪਲ ਦੇ ਵੱਲੋਂ ਜਿਹੜਾ ਅਮਰੀਕਾ ਐਪਲ ਦਾ ਸਭ ਤੋਂ ਵੱਡਾ ਦੱਸ ਸਕਦੇ ਹਾਂ ਕਿ ਬਾਜ਼ਾਰ ਹੈ, ਉੱਥੇ 5G ਦੀ ਸਪੀਡ ਬਹੁਤ ਘੱਟ ਹੈ। ਇੱਕ ਸਟੱਡੀ ਦੇ ਮੁਤਾਬਕ ਇਹ ਵੀ ਕਿਹਾ ਗਿਆ ਕਿ ਕੈਨੇਡਾ ਦਾ ਜਿਹੜਾ 4G ਹੈ ਨੈਟਵਰਕ, ਉਹ ਅਮਰੀਕਾ ਦੇ 5G ਤੋਂ ਕਿਤੇ ਜ਼ਿਆਦਾ ਤੇਜ਼ ਹੈ ਤੇ ਕਈ ਦੇਸ਼ਾਂ ਦੇ ਵਿੱਚ ਤਾਂ 5G ਤਕਨੀਕ ਆਮ ਜਨਤਾ ਦੇ ਲਈ ਜਿਹੜੀ ਹੈ ਉਹ ਉਪਲਬਧ ਨਹੀਂ ਹੈ। ਸੋ ਹੁਣ ਤੁਸੀਂ ਮੇਰੇ ਖਿਆਲ 'ਚ ਵੀਕਐਂਡ ਤੱਕ ਤਾਂ ਪਹੁੰਚ ਹੀ ਜਾਓਗੇ ਆਈਫੋਨ 12 ਜਿਹੜਾ ਉਹਨੂੰ ਲੈਣ ਦੇ ਲਈ, ਪਰ ਇਸ ਗੱਲ ਦਾ ਖਿਆਲ ਰੱਖਣਾ ਕਿ ਆਈਫੋਨ 12 ਜਿਹੜਾ ਬਹੁਤ ਵਧੀਆ ਤਕਨੀਕਾਂ ਦੇ ਨਾਲ ਲੈਸ ਹੈ, ਬਹੁਤ ਸਾਰੀਆਂ ਨਵੀਆਂ ਜਿਹੜੀਆਂ ਉਸ ਦੇ ਵਿੱਚ ਇਸ ਮਾਡਲ ਦੇ ਵਿੱਚ ਚੀਜ਼ਾਂ ਪਾਈਆਂ ਗਈਆਂ ਨੇ, ਪਰ ਖਾਸ ਖਿਆਲ ਰੱਖਿਓ ਕਿ ਕਈ ਗੇਮਾਂ ਜਿਹੜੀਆਂ ਨੇ ਉਹ ਹੋਰ ਪਾਸੇ ਤੁਹਾਡਾ ਧਿਆਨ ਨਹੀਂ ਲੱਗਣ ਦਿੰਦੀਆਂ, ਉਹਨਾਂ ਨੂੰ ਜ਼ਰਾ ਘੱਟ ਹੀ ਡਾਊਨਲੋਡ ਕਰਿਓ। ਸੋ ਫਿਲਹਾਲ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਆਪਾਂ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਚੱਲਾਂਗੇ ਪੰਜਾਬ ਅਤੇ ਪੰਜਾਬ ਦੇ ਵਿੱਚ ਦੇਖਾਂਗੇ ਕੀ ਕੁਝ ਚੱਲ ਰਿਹਾ, ਕੀ ਕਿਸਾਨ ਹੁਣ ਅੱਗੇ ਜਿਹੜੀ ਰਣਨੀਤੀ ਅਪਣਾ ਰਹੇ ਨੇ। ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।